गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरबाणी गुरु विच जो अपन गुरु साहिबाना ने, भगतां ने, संतां साधुआं ने, गुरसिखां ने उपदेश दिता है, जदों असीं इस संसार विच इस लोक विच आउंदे हन, इत्थे सानूं वरतन वास्ते सवासां दा धन दिता जाता। साडा माता पिता दे रहे सानूं धन। हुण इह जिहड़ा धन है, जदों असीं खर्चते हैं सानूं इहदा हिसाब देना पैंदा है। जदों तां जिवें एक परिवार इकट्ठा हुंदा है, इकट्ठे परिवार दे विच कोई हिसाब किताब नहीं हुंदा। जदों परिवार इकट्ठा है, चाहे प्यो वरत ले, पुत वरत ले, कोई भी वरत ले, क्योंकि वह परिवार इकट्ठा है, भाई भाई वरत लैण इकट्ठे नहीं। पर जदों वो परिवार अड्डो अड्ड हो जाता, भरा भरा अड्ड हो जाते, प्यो पुत अड्ड हो जाते, फिर जे वो एक दूसरे तो धन मंगते लैण वास्ते, वो फिर कहते भी बेशक तू साथों लै तां लै, पर तैनूं वापस मोड़ना पए। इसे तरह ही हुण जदों तां असीं माता पिता कोल वसदे हैं, एक घर वसदे हैं, फिर तो साडा कोई हिसाब नहीं। जदों असीं आपदे माता पिता तो अड्ड हो जाते, असीं उतों बेमुख हो जाते,
ਹੁਕਮ ਤੋਂ ਅਸੀਂ ਆਕੀ ਹੋ ਜਾਂਦੇ। ਧਨ ਤਾਂ ਉਹ ਫਿਰ ਵੀ ਸਾਨੂੰ ਦਿੰਦਾ ਹੈ, ਪਰ ਸਾਡੇ ਸਿਰ 'ਤੇ ਫਿਰ ਉਹ ਕਰਜ਼ ਚੜੀ ਜਾਂਦਾ ਹੈ। ਜਿਉਂ ਹੁਣ ਆਪਾਂ ਸਤਿਯੁਗ ਤੋਂ ਚੱਲੇ ਹਾਂ, ਆ ਚੌਥਾ ਯੁੱਗ ਕਲਯੁਗ, ਆਪਾਂ ਧਨ ਲਈ ਜਾ ਰਹੇ ਹਾਂ, ਆਪਣਾ ਮਾਤਾ ਪਿਤਾ ਦਿੱਤੀ ਜਾਂਦਾ ਹੈ, ਅਤੇ ਉਹ ਸਾਡੇ ਸਿਰ ਦੇ ਉੱਤੇ ਕਰਜ਼ ਚੜੀ ਜਾਂਦਾ, ਕਿਉਂਕਿ ਅਸੀਂ ਵਾਪਸ ਕਰਦੇ। ਮਹਾਰਾਜ ਫਿਰ ਇੱਥੇ ਦੱਸਦੇ ਵੀ ਜਿਹੜਾ ਮਨਮੁਖ ਜੀਵ ਹੈ, ਉਹਦੇ ਸਿਰ ਦੇ ਉੱਤੇ ਇਹ ਬਹੁਤ ਵੱਡਾ ਕਰਜ਼ਾ ਛੱਡ ਕੇ ਫਰਮਾਉਂਦੇ ਨੇ, ਮਨਮੁਖ ਕਰਜ਼ ਚੜ੍ਹਿਆ ਬਿਖ ਭਾਰੀ। ਬਹੁਤ ਵੱਡਾ ਸਿਰ ਦੇ ਉੱਤੇ ਕਰਜ਼ ਚੜ੍ਹ ਗਏ। ਹੁਣ ਜਦੋਂ ਅਸੀਂ ਕਰਜ਼ ਜਿਹਤੋਂ ਲਿਆ ਹੋਵੇ ਸੰਸਾਰ ਦੇ ਵਿੱਚ, ਜਿਵੇਂ ਆਪਾਂ ਕਿਸੇ ਤੋਂ ਕਰਜ਼ਾ ਲੈ ਲਈਏ, ਫਿਰ ਉਹ ਜਿਹਨੇ ਕਰਜ਼ ਦਿੱਤਾ ਹੈ ਉਹ ਆਪਦਾ ਸੰਦੇਸ਼ਾ ਭੇਜਦਾ ਹੈ ਜਿਹਨੇ ਲਿਆ ਹੁੰਦਾ, ਬਈ ਜਾਂ ਤਾਂ ਤੁਸੀਂ ਕਿਸ਼ਤਾਂ ਮੋੜੋ, ਜੋ ਕਿਸ਼ਤ ਹੋਈ ਹੈ ਸਮੇਂ ਸਮੇਂ ਸਿਰ ਕਿਸ਼ਤ ਮੋੜੋ। ਜੇ ਜੀਵ ਕਿਸ਼ਤ ਵੀ ਨਹੀਂ ਮੋੜਦਾ, ਫਿਰ ਉਹ ਭੇਜਦੇ ਵੀ ਉਹਨਾਂ ਨੂੰ ਜਾ ਕੇ ਆਖੋ ਵੀ ਜਿਹੜਾ ਤੁਸੀਂ ਕਰਜ਼ ਲਿਆ ਹੈ ਉਹ ਕਰਜ਼ਾ ਵਾਪਸ ਕਰੋ। ਇਸੇ ਤਰ੍ਹਾਂ ਹੀ ਫਿਰ ਜਦੋਂ ਅਸੀਂ ਇਹ ਕਰਜ਼ ਵਾਪਸ ਨਹੀਂ ਕਰਦੇ, ਅਸੀਂ ਕਿਸ਼ਤ ਵੀ ਨਹੀਂ ਮੋੜਦੇ, ਸਾਨੂੰ ਪਤਾ ਹੀ ਨਹੀਂ, ਮਨਮੁਖ ਜੀਵ ਨੂੰ ਨਹੀਂ ਪਤਾ ਵੀ ਮੇਰੇ ਸਿਰ 'ਤੇ ਕਿਹੜਾ ਕਰਜ਼ ਚੜ੍ਹ ਰਿਹਾ ਜਾਂ ਮੈਂ ਇਹਦੀ ਕਿਸ਼ਤ ਕਿਵੇਂ ਮੋੜਨੀ ਆ, ਉਹਨੂੰ ਇਸ ਚੀਜ਼ ਦਾ ਬਿਲਕੁਲ ਵੀ ਗਿਆਨ ਨਹੀਂ। ਮਾਲਕ ਫਿਰ ਦੇਖਦੇ ਵੀ ਇਹਨਾਂ 'ਤੇ ਕਰਜ਼ ਬਹੁਤ ਚੜ੍ਹੀ ਜਾਂਦਾ, ਫਿਰ ਮਾਲਕ ਪਰਮਾਤਮਾ ਆਪਣੇ ਨੌਕਰਾਂ ਨੂੰ, ਆਪਣੇ ਚਾਕਰਾਂ ਨੂੰ ਉੱਥੋਂ ਭੇਜ ਘਰ ਦੇ ਵਿੱਚੋਂ, ਬਈ ਉਹਨਾਂ ਨੂੰ ਜਾ ਕੇ ਤੁਸੀਂ ਸੁਨੇਹਾ ਦਿਓ ਬਈ ਤੁਹਾਡੇ ਸਿਰ ਦੇ ਉੱਤੇ ਕਰਜ਼ ਬਹੁਤ ਚੜ੍ਹ ਚੁੱਕੇ ਹੈ, ਤੁਸੀਂ ਉਹ ਕਰਜ਼ ਵਾਪਸ ਕਰੋ। ਫਿਰ ਉਹ ਗੁਰਮੁਖ ਸੰਤ ਸਾਧੂ ਜਨ ਸਾਨੂੰ ਆ ਕੇ ਦੱਸਦੇ ਵੀ ਸਾਡੇ ਸਿਰ 'ਤੇ ਕਰਜ਼ ਬੜਾ ਚੜ੍ਹਿਆ। ਹੁਣ ਆਪਾਂ ਨੂੰ ਪਤਾ ਨਹੀਂ ਵੀ ਕਿੰਨਾ ਕੁ ਕਰਜ਼ ਚੜ੍ਹਿਆ। ਆਪਾਂ ਜਦੋਂ ਉਹਨਾਂ ਦਾ ਸੰਗ ਕਰਦੇ ਫਿਰ ਆਪਾਂ ਉਹਨਾਂ ਤੋਂ ਪੁੱਛਦੇ ਵੀ ਕਿੰਨਾ ਕੁ ਕਰਜ਼ ਚੜ੍ਹ ਗਿਆ। ਉਹ ਕਹਿੰਦੇ ਵੀ ਕਰਜ਼ਾ ਤਾਂ ਬਹੁਤ ਜ਼ਿਆਦਾ ਚੜ੍ਹ ਗਿਆ ਸਾਡੇ ਸਿਰ 'ਤੇ, ਵੀ 4 ਯੁੱਗਾਂ ਦਾ, ਇਹ ਕੋਈ ਥੋੜ੍ਹਾ ਜਿਹਾ ਤਾਂ ਹੈ ਨਹੀਂ। ਵੀ ਜਿਉਂ ਤੁਸੀਂ ਸਤਿਯੁਗ ਤੋਂ ਚੱਲੇ ਹੋ, ਤੁਸੀਂ ਕਰਜ਼ਾ ਲਈ ਜਾਂਦੇ, ਮਾਤਾ ਪਿਤਾ ਦਿਆਲੂ ਹੈ, ਉਹ ਦਿੱਤੀ ਜਾਂਦਾ ਵੀ ਚਲੋ ਬੱਚੇ ਕਦੇ ਤਾਂ ਮੋੜਨਗੇ ਵਾਪਸ। ਹੁਣ ਉਹਨਾਂ ਤੋਂ ਆਪਾਂ ਫਿਰ ਪੁੱਛਦੇ ਹਾਂ ਵੀ ਕਰਜ਼ ਕਿੰਨਾ ਕੁ, ਕਹਿੰਦੇ ਵੀ ਬਹੁਤ ਜ਼ਿਆਦਾ ਕਰਜ਼। ਫਿਰ ਆਪਾਂ ਉਹਨਾਂ ਤੋਂ ਪੁੱਛਦੇ ਵੀ ਲੱਥੇ ਕਿਵੇਂ, ਫਿਰ ਉਹ ਸਾਨੂੰ ਦੱਸਦੇ ਬਈ ਜੋ ਮਾਲਕ ਹੈ ਜਿਹ ਤੋਂ ਅਸੀਂ ਕਰਜ਼ ਲਿਆ ਹੈ ਉਹ ਬੜਾ ਦਿਆਲੂ ਹੈ, ਉਹ ਬੜਾ ਕਿਰਪਾਲੂ। ਬਈ ਤੁਸੀਂ ਥੋੜ੍ਹਾ ਥੋੜ੍ਹਾ ਕਿਸ਼ਤ ਦੇ ਰੂਪ ਦੇ ਵਿੱਚ ਵੀ ਜੇ ਮੋੜਨਾ ਸ਼ੁਰੂ ਕਰੋ ਤਾਂ ਹੋ ਸਕਦਾ ਤੁਹਾਡਾ ਸਾਰਾ ਕਰਜ਼ ਹੀ ਮਾਫ਼ ਕਰ। ਫਿਰ ਆਪਾਂ ਉਹਨਾਂ ਤੋਂ ਪੁੱਛਦੇ ਵੀ ਇਹ ਕਿਸ਼ਤ ਕਿਵੇਂ ਮੁੜਦੀ ਹੈ, ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਕਿਸ਼ਤ ਕਿਵੇਂ ਮੁੜੀ ਜਾਂਦੀ। ਫਿਰ ਉਹ ਆਪਾਂ ਨੂੰ ਦੱਸਦੇ ਕਿਸ਼ਤ ਮੋੜਨ ਦਾ ਤਰੀਕਾ, ਵੀ ਇਹ ਜੋ ਆਪਾਂ ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਇਹ ਆਪਾਂ ਸਵਾਸਾਂ ਦਾ ਧਨ ਜਮ੍ਹਾਂ ਕਰਾਉਂਦੇ ਹਾਂ, ਅਤੇ ਇਹਦੇ ਨਾਲ ਸਾਡੀ ਫਿਰ ਜਿਹੜੀ ਉਹ ਕਿਸ਼ਤ ਹੈ ਉਹ ਕਰਜ਼ ਸਾਡਾ ਉਤਰਦਾ ਹੈ। ਮਾਰੇ ਫਰਮਾਉਂਦੇ ਮਨਮੁਖ ਕਰਜ਼ ਚੜ੍ਹਿਆ ਬਿਖ ਭਾਰੀ, ਉਤਰੇ ਸ਼ਬਦ ਵਿਚਾਰੀ। ਵੀ ਉਤਰਨਾ ਕਿਵੇਂ ਹੈ, ਸ਼ਬਦ ਦੀ ਵਿਚਾਰ ਦੁਆਰਾ। ਜਦੋਂ ਫਿਰ ਉਹ ਗੁਰਮੁਖ ਸੰਤ ਸਾਧੂ ਜਨ ਮਾਲਕ ਦੇ ਘਰ ਦੇ ਨੌਕਰ ਚਾਕਰ
ਉਹ ਆਪਾਂ ਨੂੰ ਆ ਕੇ ਮਾਲਕ ਦਾ ਸੰਦੇਸ਼ਾ ਦਿੰਦੇ ਤੇ ਨਾਲ ਨਾਲ ਫਿਰ ਉਹ ਆਪਾਂ ਨੂੰ ਤਰੀਕਾ ਵੀ ਦੱਸਦੇ ਵੀ ਕਿਵੇਂ ਅਸੀਂ ਇਹ ਧਨ ਵਾਪਸ ਕਰ ਸਕਦੇ। ਉਹ ਫਿਰ ਸਾਡੇ ਕੋਲ ਮਾਲਕ ਦੀ ਸਹਿਬ ਸਲਾਹ ਕਰਦੇ, ਵਡਿਆਈ ਕਰਦੇ। ਉਹ ਜਦੋਂ ਫਿਰ ਮਾਲਕ ਦੀ ਉਸਤਤ ਕਰਦੇ, ਵਡਿਆਈ, ਉਹ ਜਦੋਂ ਅਸੀਂ ਧਿਆਨ ਦੇ ਨਾਲ ਸੁਣਦੇ, ਜਿੰਨਾ ਸਮਾਂ ਆਪਾਂ ਸੁਣਦੇ ਹਾਂ, ਇਹ ਜਿਹੜਾ ਆਪਣਾ ਸਵਾਸਾਂ ਦਾ ਧਨ ਹੈ, ਇਹ ਫਿਰ ਇਹ ਨਿਰਗੁਣ ਦੇ ਖਜ਼ਾਨੇ ਆ ਖਾਲੀ ਖਲਾ 'ਚ ਜਮ੍ਹਾਂ ਹੋਈ ਜਾਂਦਾ। ਜਦੋਂ ਇਹ ਜਮ੍ਹਾਂ ਹੋਈ ਜਾਂਦਾ, ਸਾਡਾ ਫਿਰ ਇਹ ਕਰਜ਼ ਜਿਹੜਾ ਉਹ ਲੱਥੀ ਜਾਂਦਾ ਹੈ। ਫਿਰ ਲਗਾਤਾਰ ਆਪਾਂ ਸੰਗਤ ਕਰਨਾ ਸ਼ੁਰੂ ਕਰ ਦਿੰਦੇ। ਜਿਉਂ-ਜਿਉਂ ਸਾਡਾ ਕਰਜ਼ ਲੱਥਦਾ ਤੇ ਉਹਦੇ ਸਾਡਾ ਜਿਹੜਾ ਮਨ ਹੈ ਇਹ ਸੁਖੀ ਹੋਣਾ ਸ਼ੁਰੂ ਹੋ ਜਾਂਦਾ। ਜਿਵੇਂ ਸੰਸਾਰ 'ਚ ਆਪਾਂ ਦੇਖਦੇ ਹਾਂ, ਕਿਸੇ ਜੀਵ ਤੇ ਬਹੁਤ ਵੱਡਾ ਕਰਜ਼ਾ ਹੋਵੇ ਤੇ ਉਹ ਹਰ ਸਮੇਂ ਚਿੰਤਾ 'ਚ ਹੀ ਰਹਿੰਦਾ, ਫਿਕਰਾਂ 'ਚ ਹੀ ਰਹਿੰਦਾ, ਨਾ ਉਹਨੂੰ ਨੀਂਦ ਆਵੇ। ਕਈ ਤਾਂ ਇੰਨਾ ਜ਼ਿਆਦਾ ਚਲੇ ਜਾਂਦੇ ਵੀ ਜੀਵ ਕਰਜ਼ੇ ਦੇ ਮਾਰੇ ਆਤਮ ਹੱਤਿਆ ਹੀ ਕਰ ਲੈਂਦੇ, ਵੀ ਮੋੜੀਏ ਕਿੱਥੋਂ। ਸੋ ਇਸੇ ਤਰ੍ਹਾਂ ਹੀ ਜਦੋਂ ਸਾਡੇ ਸਿਰ 'ਤੇ ਕਰਜ਼ ਹੁੰਦਾ, ਸਾਡਾ ਮਨ ਦੁਖੀ ਰਹਿੰਦਾ, ਅਸ਼ਾਂਤ ਰਹਿੰਦਾ। ਜਦੋਂ ਫਿਰ ਆਪਾਂ ਇਹ ਕਿਸ਼ਤ ਮੋੜਨੀ ਸ਼ੁਰੂ ਕਰ ਦਿੰਦੇ ਹਾਂ, ਸਾਡਾ ਜੋ ਮਨ ਹੈ ਇਹ ਸੁਖੀ ਹੋਣਾ ਸ਼ੁਰੂ ਹੋ ਜਾਂਦਾ। ਜਿਉਂ-ਜਿਉਂ ਅਸੀਂ ਸੰਗਤ ਕਰਾਂਗੇ, ਜਿਉਂ-ਜਿਉਂ ਸਿਮਰਨ ਕਰਾਂਗੇ, ਸਾਡੇ ਸਿਰ ਤੋਂ ਕਰਜ਼ ਲੱਥੇਗਾ। ਜਿਸ ਨੂੰ ਫਿਰ ਮਹਾਰਾਜ ਦੱਸਦੇ ਵੀ ਜਿਉਂ-ਜਿਉਂ ਅਸੀਂ ਅੱਗੇ ਅਭਿਆਸ ਕਰਦੇ ਹਾਂ, ਫਿਰ ਆਪਾਂ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ, ਫਿਰ ਆਪਣੇ 'ਤੇ ਕਿਰਪਾ ਹੁੰਦੀ ਵੀ ਜੋ ਸਾਡੇ ਸਿਰ ਦੇ ਉੱਤੇ ਇਹ ਕਰਜ਼ ਰਿਣ ਚੜ੍ਹਿਆ ਹੁੰਦਾ, ਫਿਰ ਇਹ ਲੱਥਣਾ ਸ਼ੁਰੂ ਹੋ ਜਾਂਦਾ। ਇਸ ਲਈ ਮਹਾਰਾਜ ਕਹਿੰਦੇ, ਜਨਮ ਜਨਮ ਕੇ ਇਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲੱਥ। ਬਈ ਜੋ ਜਨਮ ਜਮੰਤਰਾਂ ਦੀ ਸਾਡੇ ਮਨ 'ਤੇ ਮੈਲ ਚੜ੍ਹੀ ਸੀ, ਜੋ ਰਿਣ ਹੁੰਦਾ ਕਰਜ਼, ਵੀ ਜੋ ਸਾਡੇ ਸਿਰ 'ਤੇ ਕਰਜ਼ ਚੜ੍ਹਿਆ ਸੀ, ਉਹ ਸਾਡਾ ਕਰਜ਼ ਲੱਥ ਗਈ। ਲੱਥਾ ਕਿਵੇਂ? ਵੀ ਜਦੋਂ ਸਿਮਰਨ ਕੀਤਾ, ਸਤ ਸੰਗਤ ਕੀਤੀ, ਤੇ ਉਹ ਸਾਡਾ ਕਰਜ਼ ਲੱਥਦਾ। ਫਿਰ ਆਪਾਂ ਜਦੋਂ ਲਗਾਤਾਰ ਇਹ ਸੰਗਤ ਕਰੀ ਜਾਂਦੇ, ਸਿਮਰਨ ਵੀ ਕੀਤੀ ਜਾਂਦੇ, ਆਪਾਂ ਫਿਰ ਉਹਨਾਂ ਸੰਤਾਂ ਤੋਂ ਪੁੱਛਦੇ ਹਾਂ ਵੀ ਹੋਰ ਸਾਡਾ ਕਿੰਨਾ ਕੁ ਕਰਜ਼ ਰਹਿੰਦਾ ਹੈ, ਵੀ ਕਦੋਂ ਇਹ ਸਾਡਾ ਕਰਜ਼ ਮਾਫ ਹੋਏਗਾ ਪੂਰਾ। ਫਿਰ ਉਹ ਸੰਤ ਜਨ ਆਪਾਂ ਨੂੰ ਦੱਸਦੇ ਵੀ ਕਰਜ਼ ਤਾਂ ਸਾਡਾ ਬਹੁਤ ਜ਼ਿਆਦਾ ਹੈ, ਪਰ ਮਾਲਕ ਐਡਾ ਦਿਆਲੂ ਕਿਰਪਾਲੂ ਹੈ, ਜੇ ਤੁਸੀਂ ਉਹਦੇ ਅੱਗੇ ਬੇਨਤੀ ਜੋਦੜੀ ਕਰੋ ਤੇ ਉਹ ਤੁਹਾਨੂੰ ਹੋਰ ਧਨ ਦੇ ਕੇ ਤੁਹਾਨੂੰ ਆਪਦੇ ਘਰ ਦੇ ਕੰਮ 'ਤੇ ਲਾ ਸਕਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਕਿਸੇ ਤੋਂ ਕਰਜ਼ਾ ਲਿਆ ਹੈ, ਉਹ ਕਰਜ਼ ਨੂੰ ਮੋੜਨ ਵਾਸਤੇ ਸਾਡੇ ਕੋਲ ਧਨ ਹੈ ਨਹੀਂ, ਪੈਸਾ ਹੈ ਨਹੀਂ। ਫਿਰ ਉਹ ਜੀਵ ਕੀ ਕਹਿੰਦਾ ਹੈ ਵੀ ਜੇ ਤੂੰ ਪੈਸਾ ਨਹੀਂ ਦੇ ਸਕਦਾ, ਫਿਰ ਤੂੰ ਸਾਡਾ ਘਰ ਦਾ ਕੰਮ ਕਰ, ਤੂੰ ਸਾਡੇ ਨਾਲ ਸਾਂਝੀ ਰਲ, ਤੂੰ ਸਾਡੇ ਘਰ ਦਾ ਜੋ ਕੰਮ ਹੈ ਉਹ ਕੰਮ ਕਰ। ਤੇ ਇਹ ਕੰਮ ਤੈਨੂੰ ਕਰਨਾ ਪੈਣਾ ਓਨਾ ਸਮਾਂ ਜਿੰਨਾ ਸਮਾਂ ਜਿਹੜਾ ਤੂੰ ਕਰਜ਼ਾ ਲਿਆ ਹੈ ਉਹ ਕਰਜ਼ਾ ਲੈ ਨਹੀਂ ਜਾਂਦਾ। ਫਿਰ ਆਪਾਂ ਨੂੰ ਭੇਤ ਆਉਂਦਾ ਹੈ ਵੀ ਕਰਜ਼ ਤਾਂ ਸਾਡੇ ਸਿਰ ਦੇ ਉੱਤੇ ਬਹੁਤ ਹੈ। ਫਿਰ ਆਪਾਂ ਉਹ ਜਿਹੜੇ ਮਾਲਕ ਦੇ ਨੌਕਰ ਚਾਕਰ, ਉਹਨਾਂ ਤੋਂ ਪੁੱਛਦੇ ਵੀ ਸਾਨੂੰ ਕੋਈ ਹੋਰ ਰਸਤਾ ਦੱਸੋ, ਵੀ ਹੋਰ ਕੋਈ ਤਰੀਕਾ ਦੱਸੋ ਵੀ ਕਿਵੇਂ ਸਾਡਾ ਜਿਹੜਾ ਕਰਜ਼ ਬਿਲਕੁਲ ਮਾਫ ਹੋ ਸਕਦਾ ਤੇ ਅਸੀਂ ਬਿਲਕੁਲ ਨਿਸ਼ਚਿੰਤ ਹੋ ਸਕਦੇ, ਚਿੰਤਾ ਤੋਂ ਫਿਕਰਾਂ ਤੋਂ ਰਹਿਤ ਹੋ ਸਕਦੇ।
फिर वो सानू दसदे भी तुसीं जे मालक दे घर दी नौकरी कर लो, जे तुसीं उहदे नौकर चाकर बन जाओ, फिर तुहानूं कोई फिक्र, तुहानूं कोई चिंता नहीं रहेगी। तुहाडा सारा कर्ज भी माफ, ते जो तुहाडीआं लोड़ां ने वो सारियां लोड़ां भी मालक आप ही पूरीआं करेगा। तुसीं जदों उहदे घर दा काम करोगे। फिर आपा पुछदे भी मालक दे घर दा काम की है, भी उहदी नौकरी करने वास्ते सानूं की करना पएगा। फिर वो गुरमुख आपां नूं दसदे भी मालक दे घर की जो नौकरी है उसकी सिफ सलाह करनी, मालक की सेवा करनी, मालक की वडियाई करनी, ते अगे जीवन नूं मालक का भेत देना, परमात्मा का ज्ञान देना, सोझी देनी, मालक नूं घर का जो रस्ता जाता वो रस्ता दसना। ये परमात्मा के घर का काम है। जिन्हां ते फिर मालक खुश होंदे उन्होंने आपदे घर के काम ते ला लेते। महाराज फरमाउंदे जो जन गुर की सेवा करे सो घर के काम कर लाया। घर का काम की है? फिर सिमरन आप भी करना, होरां नूं कराउणा, ये मालक के घर का काम है। परमात्मा की सिफ सलाह वडियाई करनी, मालक नूं मिलाप का रस्ता दसना, ये अकच्छ कहानी करनी, ये साडे घर का काम है। फिर आपां नूं जदों उन्हां गुरमुखां वल आपां देखदे भी ये जिहड़े सानूं मालक दा संदेशा आके सुणाउंदे, जिहड़े सानूं कहिंदे भी असीं मालक दे नौकर, असीं चाकर, उन्हां वल जदों आपां देखदे हां भी ये बड़े सुखी ने, इन्हां नूं कोई चिंता नहीं, कोई फिक्र नहीं, ये बड़ा आनंद अवस्था च रहिंदे। ते फिर आपां उन्हां दा जीवन जदों देखदे हां, फिर आपां बेनती करदे हां उन्हां नूं बई जे तुसीं साडी भी सिफारिश कर दो, बई जो तुसीं नौकरी कर रहे हो तो सानू भी कोई छोटी मोटी नौकरी मालक के घर की दवा दे। जिवें संसार च आपां देखते हैं कोई सरकारी नौकरी करता है तो आपां देखते हैं भी उहदे च बड़ियां सहूलतां ने, उन्होंने जिहड़ा सरकारी कर्मचारी है बई उन्होंने सारियां जो सरकार सहूलतां दिंदी ते उहदे वल जीव देख के उन्होंने होर भी कहिंदे भी सानू भी किते जे इस तरह नौकरी मिल जाए कोई सरकारी, इहदे विच बड़ा सौखे सहूलतां ने। ते संसार दीयां सरकारी जिहड़ियां जीव नौकरी करदा उहदे च सहूलतां ने, ते जिहड़ी निरंकार दी नौकरी है, जिहड़ा सारे ब्रह्मंड का मालक है, परमात्मा दो जहानां दा बाली, ਉਹਦੀ नौकरी करके ਉਹਦੀ नौकरी विच किन्नियां कुछ सुख सहूलतां होणगीਆਂ ਇਹਦਾ ਅਸੀਂ अंदाजा भी नहीं ला सकते, सानूं पता ही नहीं। फिर आपां जदों उन्हां गुरमुखां दा, संतां साधुआं दा जीवन देखदे हां, फिर आपां उन्हां नूं बेनती करदे हां भी सानूं भी नौकरी ते लवा दिओ मालक दी च। फिर वो कहिंदे भी तुसीं सिमरन करो, सिमरन करो ते नाल नाल मालक नूं बेनतियां करो, जोदड़ियां करो। जदों फिर ये सानूं ज्ञान आ जांदा, सोझी हो जांदी, फिर असीं मालक नूं बेनती करदे हां। महाराज कहिंदे तुमरी शरण तुम्हारी आसा, तुम ही सज्जन सहेले, राखो राखण हार दयाला, नानक घर के गोले। बई असीं तेरी शरण च आए हैं भी साडे ते किरपा करो, सानू अपने घर दे गोले बना लो,
सानू अपने घर के गुलाम बना लो, सानू अपने नौकर बना लो, अपने चाकर बना लो। परमात्मा साडे ते भरोसा नहीं करता, क्योंकि असी जिहड़ी अपनी प्रतीत है, अपना भरोसा जिहड़ा वो गवाई बैठे। महाराज कहते अपनी प्रतीत आप ही खो गए, बहुत इसका विश्वास न हो गए। असी हुण ज्यों चार युग हो गए घरों निकले, मुड़ के घर गए नहीं, तो जो मालिक धन दे रहे है वो असी घर च मोड़िया नहीं, इस करके वो साडे ते भरोसा नहीं करते। फिर जदों सीधा साडे ते भरोसा नहीं करता, वो भरोसा करता है जिहड़े गुरमुख ने उन्हां दे उत्ते, जिहड़े संत साधु ने, जिहड़े मालिक दे हुक्म दे विच ने, जिहड़े उहदे घर दे नौकर चाकर ने, उन्हां ते भरोसा करता है। इस वास्ते फिर जे वो साडी सिफारिश करन मालिक नूं, फिर मालिक उन्हां ते भरोसा करके, उन्हां दे प्रतीत करके फिर वो साडे ते किरपा करदे, सानूं घर दे काम ते लाउंदे। जे वो साडी सिफारिश ना करन, जे वो मालिक नूं आखण ना, ते मालिक साडे ते सीधा भरोसा नहीं करदा। फिर वो जदों साडी सिफारिश करदे, सिफारिश भी उदों करदे जदों साडे ते उन्हां नूं भरोसा आ जांदा है बई हुण ये काबल ने भी घर का काम करनगे। इस वास्ते फिर वो पहला देखते भी असी लगातार सत्संगत कर रहे हैं। जदों आप लगातार सत्संगत करते हैं, सिमरन करते हैं, फिर साडे ते वो भरोसा कर लेंगे। फिर वो भरोसा करके मालिक नूं उन्हां संतां नूं पूंजी दित्ती हुंदी अनहद बाणी दी, बई जिहड़ी बाणी साडे अंदर गुप्त है, वो संतां कोल कुंजी चाबी है। जदों कुंजी लाउंदे ने फिर वो बाणी साडे अंदर प्रगट हो जाती, नहीं तो गुप्त है, वो प्रगट हुंदी नहीं। महाराज कहते अनहद बाणी पूंजी संतन हथ राखी कुंजी, बई संतां दे हथ कुंजी मालिक ने आप सौंपी है। फिर जदों उन्हां नूं साडे ते प्रतीत आ जाती, भरोसा आ जाता, कुंजी ला देंदे, ते साडे अंदर जो अनहद बाणी है ये प्रगट हो जाती। फिर आप अनहद बाणी नूं सुनदे, अपने अंदर अनहद धुना, अनहद वाजे बजने शुरू हो जाते। फिर आप नाल नाल ये सिमरन करते हैं, तो जदों असी फिर अनहद बाणी नूं सुनते हैं, उत्थे साडा मन आसन ला लैंदा है, उदों साडे मन नूं संत कहा जाता है। संत किसे बाहरी पहरावे का नाम, ये नहीं भी बाहरी पहरावा कीता है तो वो संत है। संत साडे मन की अवस्था है, साडे मन ने संत बनना है। मन अपना संत उदों बनता है जदों ये बैर विरोध उपर उठ जाता है, जदों ये अनहद बाणी दे नाल जुड़ जाता है, उदों साडे मन नूं संत कहते हैं। इत्थे साडे मन की जो खुराक सानूं अमृत होना शुरू हो जाता है, उत्थे अनहद बाणी ते साडा मन आसन ला लैंदा। मारे फरमाउंदे तह गीत नाद अखारी संगा, उहां संत करे हर रंगा, कि जिथे अनहद बाणी चलदी उथे संतां दे मन का पासा हुंदा है। हुण संत जिहड़ा ये साडे मन ने बनना है। वैसे तो साडे सारियां दे मनां नूं ही संत आखिए,
ਆਪਾਂ ਸਾਰੇ ਹੀ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਬੱਚੇ ਹਾਂ। ਇਸ ਲਈ ਸਾਰਿਆਂ ਦੇ ਮਨਾਂ ਨੂੰ ਸੰਤ ਕਹਿ ਕੇ ਸੰਬੋਧਨ ਕਰਦੇ ਕਿ ਜੇ ਤੁਸੀਂ ਸਦਾ ਸੁਖੀ ਹੋਣਾ ਚਾਹੁੰਦੇ ਹੋ ਫਿਰ ਤੁਸੀਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਓ। ਮਹਾਰਾਜ ਫਰਮਾਉਂਦੇ, ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੋ ਕੀਜੈ, ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਪਰ ਸਤਿਗੁਰ ਸ਼ਰਨ ਪਵੀਜੈ। ਕਹਿੰਦੇ ਇਹ ਸੰਤੋ ਇਹ ਭਾਈਓ, ਵੀ ਜੇ ਤੁਸੀਂ ਸਦਾ ਸੁਖੀ ਹੋਣਾ ਤੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ। ਹੁਣ ਸਾਡੇ ਮਨ ਹੈ ਤਾਂ ਸਾਰਿਆਂ ਨੂੰ ਸੰਤ ਆਖੇ, ਪਰ ਜਦੋਂ ਅਸੀਂ ਅਨਹਦ ਬਾਣੀ ਤੋਂ ਟੁੱਟ ਜਾਂਦੇ ਹਾਂ, ਮਾਲਕ ਤੋਂ ਬੇਮੁਖ ਹੋ ਜਾਂਦੇ ਹਾਂ, ਉਦੋਂ ਸਾਡੇ ਮਨ ਨੂੰ ਅਨਾੜੀ ਸੰਤ ਕਹਿ ਦਿੱਤਾ। ਵੀ ਇੱਕ ਤਾਂ ਸੰਤ ਮਾਲਕ ਦੇ ਪਿਆਰੇ ਪਰਮਾਤਮਾ ਨੂੰ ਜਿਹੜੇ ਮਿਲੇ ਹੋਏ, ਇੱਕ ਅਨਾੜੀ ਸੰਤ ਵੀ ਜਿਨ੍ਹਾਂ ਨੇ ਸਿਰਫ ਪਹਿਰਾਵਾ ਕਰ ਲਿਆ ਬਾਹਰੀ, ਪਰ ਅੰਦਰੋਂ ਮਿਲਾਪ ਕੋਈ ਨਹੀਂ, ਭੇਦ ਕੋਈ ਨਹੀਂ ਹੈ। ਉਹਨਾਂ ਨੂੰ ਫਿਰ ਗੁਰਬਾਣੀ 'ਚ ਅਨਾੜੀ ਸੰਤ ਕਹਿ ਦਿੱਤਾ। ਬਈ ਜਿਹੜਾ ਅਨਾੜੀ ਸੰਤ ਹੈ ਉਹ ਕਥਾ ਵੀ ਕਰੇਗਾ, ਉਹ ਸਾਨੂੰ ਸੁਣਾਏਗਾ ਵੀ, ਪਰ ਉਹ ਜਿਹੜੀ ਕਥਾ ਕਰੇਗਾ ਉਹ ਸੰਸਾਰ ਦੀ ਕਰੇਗਾ। ਸੰਸਾਰ ਦੀਆਂ ਦੁਨਿਆਵੀ ਗੱਲਾਂ ਸਾਨੂੰ ਸੁਣਾਏਗਾ, ਉਹ ਸਾਨੂੰ ਮਾਲਕ ਨੂੰ ਮਿਲਾਪ ਦੀ ਗੱਲ ਨਹੀਂ ਦੱਸੇਗਾ। ਉਹ ਸਾਨੂੰ ਇਹ ਨਹੀਂ ਦੱਸੇਗਾ ਵੀ ਸਾਡੇ ਸਿਰ 'ਤੇ ਕਿਹੜਾ ਕਰਜ਼ ਚੜ੍ਹੇ ਹੈ, ਉਹਨੇ ਕਰਜ਼ ਦੱਸਣਾ ਵੀ ਸੰਸਾਰ ਦਾ ਚੜ੍ਹੇ ਹੈ। ਤੇ ਉਹ ਦੱਸੇਗਾ ਵੀ ਜੇ ਸੰਸਾਰ ਦਾ ਕਰਜ਼ਾ ਚੜ੍ਹੇ ਹੈ, ਤੁਸੀਂ ਆਹ ਬਾਣੀ ਦਾ ਪਾਠ ਕਰ ਲਓ, ਤੁਹਾਡਾ ਕਰਜ਼ ਲੈ ਜਾਊਗਾ। ਉਹਨੂੰ ਇਹ ਨਹੀਂ ਪਤਾ ਵੀ ਅਸਲ ਕਰਜ਼ ਕਿਹੜਾ ਹੈ, ਵੀ ਕਰਜ਼ ਮਨ 'ਤੇ ਚੜ੍ਹਦਾ ਹੈ। ਉਹਨੇ ਸੰਸਾਰ ਦੀ ਗੱਲ ਕਰਨੀ, ਬਈ ਜੇ ਸੰਸਾਰ ਦਾ ਕਰਜ਼ ਚੜ੍ਹਿਆ ਤੁਸੀਂ ਆਹ ਕਰ ਲਓ, ਜੇ ਤੁਹਾਡੇ ਸਰੀਰ ਨੂੰ ਕੋਈ ਬਿਮਾਰੀ ਲੱਗੀ ਹੈ ਤੁਸੀਂ ਆਹ ਕਰ ਲਓ। ਉਹਨੂੰ ਇਹ ਨਹੀਂ ਪਤਾ ਵੀ ਅਸਲ ਬਿਮਾਰੀ ਸਾਡੇ ਮਨ ਨੂੰ ਲੱਗੀ ਹੈ। ਉਹਨੂੰ ਮਨ ਦਾ ਭੇਦ ਨਹੀਂ ਹੁੰਦਾ, ਮਨ ਦੀ ਉਹਨੂੰ ਸੋਝੀ ਕੋਈ ਨਹੀਂ ਆਪ ਨੂੰ। ਇਸ ਵਾਸਤੇ ਉਹ ਜਦੋਂ ਫਿਰ ਕਥਨੀ ਵੀ ਕਰੇਗਾ, ਕਥਾ ਕਰੇਗਾ, ਉਹ ਮਾਇਆ ਦੀ ਹੀ ਉਸਤਤ ਕਰੇਗਾ, ਪਰਮਾਤਮਾ ਦੀ ਨਹੀਂ ਕਰੇਗਾ। ਉਹਨੂੰ ਫਿਰ ਮਹਾਰਾਜ ਕਹਿੰਦੇ ਗੁਰਬਾਣੀ 'ਚ, ਅਸੰਤ ਅਨਾੜੀ ਕਦੇ ਨਾ ਬੂਝੇ, ਕਥਨੀ ਕਰੇ ਤੇ ਮਾਇਆ ਨਾਲ ਲੂਝੇ, ਅੰਧ ਗਿਆਨੀ ਕਦੇ ਨਾ ਛੀਜੇ। ਉਹਨੂੰ ਮਹਾਰਾਜ ਕਹਿੰਦੇ ਅੰਧ ਗਿਆਨੀ, ਮਨਮੁਖ, ਅਨਾੜੀ ਸੰਤ। ਉਹਦੀ ਜਿਹੜੀ ਬੁੱਧ ਕੱਚੀ, ਉਹਦਾ ਮਨ ਆਪ ਡੋਲਦਾ, ਉਹ ਕਥਾ ਕਹਾਣੀ ਮਾਲਕ ਨੂੰ ਮਿਲਾਪ ਦਾ ਰਸਤਾ ਨਹੀਂ ਦੱਸ ਸਕਦਾ, ਕਿਉਂਕਿ ਉਹ ਆਪ ਹੀ ਰਸਤੇ 'ਤੇ ਚੱਲਿਆ ਨਹੀਂ, ਉਹਨੂੰ ਆਪ ਹੀ ਰਸਤੇ ਦਾ ਭੇਦ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਮਨਮੁਖ ਬੁੱਧ ਕਾਚੀ, ਮਨੂਆਂ ਡੋਲੇ ਕਥੇ ਨਾ ਕਥ ਕਹਾਣੀ। ਵੀ ਉਹਦੀ ਬੁੱਧ ਕੱਚੀ, ਉਹਦਾ ਮਨ ਆਪ ਡੋਲਦਾ, ਆਪ ਮਨ ਅਗਿਆਨੀ ਹੈ, ਇਸ ਕਰਕੇ ਉਹ ਕਥਾ ਕਹਾਣੀ ਨਹੀਂ ਕਰੇਗਾ। ਇਸ ਵਾਸਤੇ ਫਿਰ ਸਾਨੂੰ ਪਹਿਚਾਣ ਦੱਸੀ ਗੁਰਬਾਣੀ 'ਚ, ਸੰਤ ਜਿਹੜੇ ਮਾਲਕ ਦੇ, ਜਿਹੜੇ ਪਰਮਾਤਮਾ ਦੇ ਨੌਕਰ ਚਾਕਰ, ਉਹਨਾਂ ਦੀ, ਤੇ ਜਿਹੜੇ ਕਾਲ ਦੇ ਅਨਾੜੀ ਸੰਤ ਨੇ ਉਹਨਾਂ ਦੀ, ਤਾਂ ਕਿ ਅਸੀਂ ਆਪਦੇ ਜੀਵਨ ਦਾ ਜੋ ਲਾਹਾ ਕੱਟੀਏ, ਅਸੀਂ ਅਗਿਆਨਤਾ 'ਚ ਜਾ ਕੇ ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਜਿਹੜੇ ਅਨਾੜੀ ਸੰਤ ਨੇ, ਵੀ ਅਸੀਂ ਆਪਦੇ ਜੀਵਨ ਦੀ ਬਾਜੀ ਨੂੰ ਹਾਰਨਾ ਚਾਹੀਏ। ਇਸ ਵਾਸਤੇ ਮਹਾਰਾਜ ਫਿਰ ਦੱਸਦੇ, ਕਹਿੰਦੇ ਬਈ ਉਹਨਾਂ ਨੂੰ ਤੁਸੀਂ ਹਰੀ ਦੇ ਸੰਤ ਨਾ ਸਮਝਿਓ ਜਿਨ੍ਹਾਂ ਦੇ ਗਲਾਂ 'ਚ ਵੱਡੀਆਂ ਵੱਡੀਆਂ ਮਾਲਾ ਪਾਈਆਂ ਹੋਣ, ਹੱਥਾਂ ਦੇ ਵਿੱਚ ਲੋਟੇ ਫੜੇ ਹੋਣ ਚਮਕਦੇ। ਤੇ ਮਹਾਰਾਜ ਕਹਿੰਦੇ ਬਈ ਉਹ ਪਰਮਾਤਮਾ ਦੇ ਸੰਤ ਨਹੀਂ, ਉਹ ਬਨਾਰਸ ਦੇ ਠੱਗ। ਮਹਾਰਾਜ ਦੱਸਦੇ, ਗੱਲੀ ਜਿੰਨੀ ਜਪ ਮਾਲੀਆਂ, ਲੋਟੇ ਹੱਥ ਨਿਭਗ, ਓਏ ਹਰ ਕੇ ਸੰਤ ਨਾ ਆਖੀਏ, ਬਨਾਰਸ ਕੇ ਠੱਗ।
बई वो हरि दे संत नहीं, वो ठग ने। उन्होंने ठगी मारनी धन दौलत दी, उन्होंने सानू जोड़ना आपदे नाल, माया दे नाल। उन्होंने सानू परमात्मा का भेत नहीं देना, सच का। उन्होंने सानू सही जिहड़ा मार्ग वो नहीं दसना। वो आप धार दे रास्ते ते चलते, उन्होंने सानू भी उधर ही चलाई जाना। इस वास्ते फिर आप समझाते भी जिमें एक हस होंदा है, एक बंगला होंदा है, रंग दोवां दा इक्को जिहा ही चिट्टा। हुण उन्हां दी परख कदों हुंदी? परख उन्हां दा पता लगदा उन्हां दी भाषा चों, जदों बोलदे उन्हां दी भाषा तो पता लगदा, उन्हां दी खुराक तो पता लगदा बई ये बगला है जां ये हंस है। जिहड़ा बगला है उहदी खुराक है डड्डू मच्छियां गंदगी खानी। बगले ने रहना छप्पड़ दे उत्ते, जिथे बगले रहिंदे उथे भी गंदगी खिलार देंदे, गंदी गंद पा देंदे। जो हंस है उन्हें रहना मान सरोवर ते। हंसां दी जो खुराक है उन्होंने रतन हीरे मोती चुगना। इस वास्ते फिर जदों वो बोलणगे उन्हां दी भाषा तो पता लगेगा। जिहड़े दा परमात्मा दे संत उन्होंने हंस आखे, हंस रूहां। जिहड़े अनाड़ी संत काल दे संत उन्होंने बगले आखे। हुण बगला जदों बोलेगा उन्हें गंदगी खिलारनी। जदों बगला बोलेगा, अनाड़ी संत बोलेगा, उन्हें गल ही दुग्ध दी करनी। उन्हें गल करनी ईरखा दी, नफरत दी, उन्हें गल करनी धड़ेबाजी दी। उसों पता लग जाता है बई ये हंस नहीं है, बगला है। बई बेशक इन्हें वस्त्र तो उहिओ पाए ने, चिट्टे वस्त्र बड़े सोहने गुरमुखां वाले पाए, बाहरों लिबास है जिहड़ा बड़ा वधिया गुरमुखां वाला है। पर पता कित्थों लगदा? जदों बोलदा उहदी भाषा तो पता लगदा। जदों अनाड़ी संत बोलेगा उन्हें दुग्ध की गल करनी, उन्हें बैर विरोध की गल करनी। उन्हें सानू धड़ियां च वंडी जाना। एक नूं फड़िया उहदी निंदिया, उहनूं छड्डिया दूसरे नूं फड़िया उहदी निंदिया। उन्हें सारा समा इस तरह निंदिया दे विच ही संसार दीयां गल्लां च ही निघा देना है। उन्हें सानू परमात्मा नूं मिलाप की कोई गल नहीं दसनी। उन्हों फिर कहिंदे भी ये बंगला है ते रहिंदा कित्थे है? छप्पड़ दे उत्ते। ते जिहड़े फिर उहदे संगी ने जिहड़े उत्थे जाणगे छप्पड़ दे विच, उत्थे होर गंदगी पै जानी उन्हां दे उत्ते, क्योंकि बगले ने होर गंदगी खिलार देनी। इसलिए महाराज दसदे कहंदे जे अगे तीरथ होए तां मल लहे, छप्पड़ नाते सग भी मल लाए। जिवें हुण आम जी नूं आपां आखीए भी संगत करो, कहंदे संगत असीं बहुत करदे हां। संगत करदे तो सानूं सारा बहुत समा हो गया, सारी जिंदगी हो गई संगत करदे, बड़ी संगत कीती। हुण जे आपां उन्हां तों पुछदे हां भी जदों तुसीं संगत कीती है ते तुसीं उत्थों सिੱਖਿਆ की? तुहानूं नाम दा पता है? नाम की है? कहंदे नाम दा तां पता नहीं जी, नाम की है। जे सानूं संगत दे विच जाके नाम दा ही नहीं पता लग्या भी नाम की है, तो फिर वो सत संगत है ही नहीं। सत संगत की निशानी आपां नूं ये दसी है भी जिथे नाम दा विख्यान हुंदा है, जिथे सानूं नाम दा भेद दिता जांदा, उहनूं गुरबाणी गुरु च सत संगत दा नाम दिता। महाराज फरमाउंदे सत संगत कैसी जानी है, जिसे एको नाम बखानी है।
कि जिसे नाम का विख्यान होवे ਉਹਨੂੰ सत संगत समझो। जे हुण सानू नाम का ही पता नहीं, असीं कहने सानू सारी उम्र हो गई संगत करदे हैं। जे पुछिए भी नाम की है, कहते नाम का तो पता नहीं नाम की है। चलो नाम का नहीं पता भी आपदे घर का पता, हुण निज महल का वो कित्थे है, ਉਹਦਾ भी नहीं पता वो कित्थे। अपना देश है जिहड़ा परलोक भी ਉਹਦਾ पता होना भी वो कित्थे है, ਜਾਂ ਉਹ ਜਦੋਂ ਅਸੀਂ देख जाते हैं ਉੱਥੇ ਅਸੀਂ ਕਿਵੇਂ ਰਹਿੰਦੇ ਹਾਂ, ਉਸੇ ਦੀ ਕੋਈ ਗੱਲ ਸੁਣਾਓ। ਉਹ ਕਹਿੰਦੇ ਉਹ भी नहीं पता जी। फिर ये ਜਿਹੜਾ ਸਰੀਰ है ਜਿਹਦੇ ਵਿੱਚ ਅਸੀਂ दिन ਦੇ ਸਮੇਂ ਆ ਕੇ ਰਹਿੰਦੇ ਹਾਂ, ਜਿਹਦੇ 'ਚ ਅਸੀਂ ਇੱਧਰ 10-12 ਘੰਟੇ ਗੁਜ਼ਾਰਦੇ ਹਾਂ, ਇਹ ਸਰੀਰ ਕਿਵੇਂ ਬਣਿਆ ਇਹਦਾ ਪਤਾ ਹੁਣ। ਉਹ ਕਹਿੰਦੇ ਇਹ ਵੀ ਨਹੀਂ ਪਤਾ। ਉਹਦਾ ਸੰਗਤ ਕਰਦਿਆਂ ਨੂੰ ਸਾਰੀ ਉਮਰ ਹੋ ਗਈ ਤੇ ਇਹ ਪਤਾ ਨਹੀਂ ਹੈ। ਫਿਰ ਇਹ ਸਰੀਰ ਦੇ ਵਿੱਚ ਕੌਣ ਵੱਸਦਾ ਹੈ, ਕੌਣ ਬੋਲਦਾ ਹੈ, ਕੌਣ ਦੇਖਦਾ, ਕੌਣ ਸੁਣਦਾ ਹੈ, ਇਹਦੇ ਬਾਰੇ ਪਤਾ, ਇਹਦੇ ਬਾਰੇ ਤਾਂ ਕੋਈ ਪਤਾ ਨਹੀਂ ਜੀ। ਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਫਿਰ ਸਿੱਖਿਆ ਕੀ ਹੈ, ਸਤ ਸੰਗਤ ਕਾਹਦੀ ਤੁਸੀਂ ਕੀਤੀ ਹੈ, ਕੀ ਸੁਣਿਆ ਤੁਸੀਂ ਉੱਥੇ, ਕੀ ਸਿੱਖਿਆ, ਤੁਹਾਨੂੰ ਕੁਛ ਭੇਤ ਆਇਆ ਨਾ। ਮੇਰੇ ਸਾਨੂੰ ਭੇਤ ਕਿਉਂ ਨਹੀਂ ਆਇਆ, ਕਿਉਂਕਿ ਜੇ ਉਹ ਸਤ ਸੰਗਤ ਨਹੀਂ, ਉੱਥੇ ਕੁਛ ਦੱਸਿਆ ਹੀ ਨਹੀਂ ਜਾਂਦਾ, ਉੱਥੇ ਸਾਨੂੰ ਇਹ ਚੀਜ਼ ਦਾ ਗਿਆਨ ਨਹੀਂ ਦਿੱਤਾ ਜਾਂਦਾ। ਉੱਥੇ ਨਾ ਤਾਂ ਇਹ ਦੱਸਿਆ ਜਾਣਾ ਵੀ ਸਰੀਰ ਕਿਵੇਂ ਬਣੇ, ਨਾ ਇਹ ਦੱਸਣਾ ਵੀ ਇਹ ਸਰੀਰ 'ਚ ਵੱਸਦਾ ਕੌਣ ਹੈ, ਨਾ ਇਹ ਦੱਸਿਆ ਜਾਣਾ ਵੀ ਸਾਡਾ ਜਿਹੜਾ ਘਰ ਨਿਜ ਮਹਿਲ 10ਵਾਂ ਦਵਾਰ ਉਹ ਕਿੱਥੇ ਹੈ, ਉਹਨੂੰ ਕਿਹੜਾ ਦਰਵਾਜ਼ਾ, ਕਿਹੜਾ ਜਿੰਦਰਾ ਲੱਗਿਆ ਸੀ, ਕਿਵੇਂ ਉਹਨੂੰ ਖੋਲ੍ਹਣਾ। ਨਾ ਉਸੇ ਇਹ ਦੱਸਿਆ ਜਾਂਦਾ ਵੀ ਨਾਮ ਕੀ ਹੈ, ਜਿਸ ਨੂੰ ਹੁਕਮ ਆਖੇ ਅਸੀਂ ਹੁਕਮ ਦੇ ਵਿੱਚ ਕਿਵੇਂ ਆਉਣਾ ਹੈ, ਉਹਦਾ ਵੀ ਨਹੀਂ ਭੇਦ ਦਿੱਤਾ ਜਾਂਦਾ। ਇਸ ਵਾਸਤੇ ਜੇ ਸਾਨੂੰ ਇਹ ਭੇਦ ਆਇਆ ਨਹੀਂ, ਫਿਰ ਅਸੀਂ ਆਖੀਏ ਵੀ ਸਾਨੂੰ ਇੰਨਾ ਸਮਾਂ ਹੋ ਗਿਆ ਸੰਗਤ 'ਚ ਜਾਂਦਿਆਂ ਨੂੰ, ਫਿਰ ਉਹਨੂੰ ਸਤ ਸੰਗਤ ਨਹੀਂ ਕਹਿੰਦੇ। ਗੁਰਬਾਣੀ ਗੁਰੂ ਜੀ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਸਤ ਸੰਗਤ ਨਹੀਂ ਕੀਤੀ ਹੋਣੀ, ਤੁਸੀਂ ਸਤਸਰ ਸਰੋਵਰ 'ਚ ਨਹੀਂ ਗਏ ਹੋਵੋਗੇ, ਤੁਸੀਂ ਛੱਪੜ 'ਚ ਜ਼ਰੂਰ ਗਏ ਹੋਵੋਗੇ। ਛੱਪੜ 'ਚ ਜਾ ਕੇ ਉੱਥੇ ਤੁਸੀਂ ਆਪਦੇ ਉੱਤੇ ਮੈਲ ਜ਼ਰੂਰ ਚੜਾ ਕੇ ਆਏ ਹੋਵੋਗੇ। ਉਹ ਫਿਰ ਜਦੋਂ ਆਪਾਂ ਸਤ ਸੰਗਤ ਕਰਦੇ ਫਿਰ ਆਪਾਂ ਨੂੰ ਗਿਆਨ ਹੁੰਦਾ, ਜਦੋਂ ਆਪਾਂ ਪਿੱਛੇ ਝਾਤੀ ਮਾਰਦੇ ਹਾਂ, ਦੇਖਦੇ ਹਾਂ ਬਈ ਇੰਨਾ ਸਮਾਂ ਅਸੀਂ ਪਹਿਲਾਂ ਜੋ ਕੀਤਾ ਵੀ ਉੱਥੇ ਸਾਨੂੰ ਅੱਜ ਜੋ ਗੁਰਬਾਣੀ ਗੁਰੂ ਸੋਝੀ ਦੇ ਰਹੀ, ਇਹ ਤਾਂ ਸਾਨੂੰ ਸੋਝੀ ਦਿੱਤੀ ਨਹੀਂ ਗਈ, ਇਹ ਤਾਂ ਸਾਨੂੰ ਗਿਆਨ ਦਿੱਤਾ ਨਹੀਂ ਗਿਆ। ਵੀ ਉੱਥੇ ਤਾਂ ਅਸੀਂ ਸੰਸਾਰ ਦੀਆਂ ਗੱਲਾਂ ਸੁਣੀਆਂ, ਜਾਂ ਅਸੀਂ ਉੱਥੇ ਸੰਸਾਰ ਦੀਆਂ ਗੱਲਾਂ ਕਰਕੇ ਆ ਗਏ, ਜਾਂ ਅਸੀਂ ਉੱਥੇ ਨਿੰਦਿਆ ਸੁਣ ਕੇ ਆ ਗਏ, ਜਾਂ ਨਿੰਦਿਆ ਕਰਕੇ ਆ ਗਏ। ਫਿਰ ਪਤਾ ਲੱਗਦਾ ਵੀ ਅਸੀਂ ਉੱਥੋਂ ਮੈਲ ਲਹਾ ਕੇ ਨਹੀਂ ਸਗਾ ਤੇ ਹੋਰ ਲਵਾ ਕੇ ਆਏ ਹਾਂ। ਇਸ ਵਾਸਤੇ ਫਿਰ ਸਾਨੂੰ ਗੁਰਬਾਣੀ ਗੁਰੂ 'ਚ ਸਮਝਾਉਂਦੇ ਵੀ ਕਲਯੁਗ ਦੇ ਸਮੇਂ ਦੇ ਵਿੱਚ ਜੀਵ ਕਰੋੜਾਂ ਤੀਰਥਾਂ 'ਤੇ ਚਲਾ ਜਾਵੇ, ਇਸ਼ਨਾਨ ਕਰ ਲਵੇ, ਪਰ ਜਦ ਤੱਕ ਉਹਨੂੰ ਗਿਆਨ ਨਹੀਂ, ਸੋਝੀ ਨਹੀਂ, ਗੁਰੂ ਦੀ ਮੱਤ ਨਹੀਂ ਲੈਂਦਾ, ਉਹ ਸਤ ਸੰਗਤ ਨਹੀਂ ਕਰਦਾ, ਉੱਥੋਂ ਹੋਰ ਮੈਲ ਚੜਾ ਕੇ ਆ ਜਾਂਦਾ। ਮਹਾਰਾਜ ਕਹਿੰਦੇ ਕੋਟ ਮੱਜਨ ਤੀਰਥ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਸੱਚੇ ਪਾਤਸ਼ਾਹ ਕਹਿੰਦੇ ਕਰੋੜਾਂ ਵਾਰ ਜੀਵ ਤੀਰਥਾਂ 'ਤੇ ਇਸ਼ਨਾਨ ਕਰ ਲਓ, ਕਲਯੁਗ ਦੇ ਵਿੱਚ ਹੋਰ ਮੈਲ ਭਰਦੀ ਹੈ, ਹੋਰ ਮੈਲ ਲੱਗਦੀ ਹੈ ਉੱਥੇ। ਜਿਵੇਂ ਹੁਣ ਆਪਾਂ ਸੰਸਾਰ 'ਚ ਦੇਖਦੇ ਹਾਂ, ਜੀਵ ਜਾਂਦੇ ਤੀਰਥਾਂ 'ਤੇ, ਨਾ ਸੰਗਤ ਕਰਨ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਬਈ ਅਸੀਂ ਜਦੋਂ ਜਾਣਾ, ਅਸੀਂ ਜਾਂਦੇ ਹੋਏ ਕੀ ਕੰਮ ਕਰਨਾ। ਸਿਮਰਨ ਤਾਂ ਕਰਦੇ ਜਾਂਦੇ, ਨਿੰਦਿਆ ਕਰਦੇ, ਸੰਸਾਰ ਦੀਆਂ ਗੱਲਾਂ ਕਰਦੇ, ਉੱਥੇ ਜਾਂਦੇ, ਉੱਥੇ ਜਾ ਕੇ ਵੀ ਉਹਨਾਂ ਨੂੰ ਪਤਾ ਨਹੀਂ ਵੀ ਮਨ ਦਾ ਇਸ਼ਨਾਨ ਕਿਵੇਂ ਹੋਣਾ। ਤਨ ਦਾ ਤਾਂ ਕਰ ਲੈਂਦੇ, ਸਰੀਰ ਦਾ ਇਸ਼ਨਾਨ ਕਰ ਲਿਆ,
पर मन का इशनान तो उत्थे भी ना कीता क्योंकि ज्ञान की सोझी नहीं है। फिर उत्थे जाके भी बैठे, उत्थे भी संसार दी गल्लां कीती कि जदों वापस मुड़ते आए फिर उहियो संसार दी गल्लां निंदिया चुगली करते फिर वापस आ गए। इसलिए फिर ऐसे जीव ने जिहड़े उन्हां पर थाई महाराज कहते नहावन चले तीरथी मन खोटे तन चोर, एक भाव लथी नहातियां दोए भाई चढ़िए सहोर, बाहर धोती तुमड़ी अंदर बैसन कोर। महाराज कहते चले नहाउण, चले यात्रा ते, कहते है कि ने मन खोटे तन चोर, अंदरों खोटे ने मन दे। इन्हां नूं पता नहीं भी मन का जिहड़ा इशनान है वो इशनान किवें होना है, किवें करना है। इस वास्ते फिर सानूं समझाउंदे भी इहदे वास्ते सत संगत जरूरी है। जदों असीं सत संगत करांगे फिर सानूं भेत आउणा भी साडे मन की जिहड़ी मैल है वो किवें लैनी, साडे मन का किवें इशनान होना है। आपां नूं फिर समझाउंदे भी मन के इशनान वास्ते आपां सिमरन करदे हां। ज्यों-ज्यों आपां ही सिमरन करांगे साडा मन धोता जाएगा, साडे मन का इशनान हो जाएगा। महाराज फरमाउंदे घर इशनान सिमर प्रभ अपना, मन तन भई अरोगा। भी जदों असीं सिमरन करांगे साडे जो मन है ये मन का इशनान हो जाएगा, साडा मन धोता जाएगा। इसे तरह ही जदों आपां सत संगत दे विच आउंदे एक जाना आपां शब्द की विचार करते हैं, गुरबाणी गुरु की आपां ध्यान दे नाल सुनते हैं, इहदे नाल भी अपना जिहड़ा मन है ये मन ते मन का तन धोता जाता है। महाराज फरमाउंदे मन तन धोवे शब्द विचारी। मेरे मन धोण का भी तरीका है तो जो ये साडे सिर ते कर्ज चढ़े है ये कर्ज मोड़न का भी तरीका है, जुगती है। जदों ये आप सिमरन करते हैं, सत्संगत करते हैं, फिर त्यों त्यों ये जिहड़ा साडा कर्ज है ये कर्ज लथदा। इसलिए आपां नूं कहंदे भी जो साडे सिर दे उत्ते कर्ज चढ़े है भी उस नूं मोड़न वास्ते असीं थोड़ा जिहा किश्त रूप दे विच थोड़ा थोड़ा भी मोड़ना शुरू करिए तो हो सकदा मालक साडा सारा कर्ज ही माफ़ कर देवे। आओ हुण किवें आपां किश्त मोड़नी है, उहदे वास्ते जो आपां नूं सतगुरु के शासक सिमरन दसदे ने। आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਵੀ ਜਦੋਂ ਆਪਾਂ ਸਿਮਰਨ ਕਰਦੇ ਹਾਂ, ਨਾਲ ਨਾਲ ਆਪਾਂ ਇਸ ਸੰਗਤ ਕਰਦੇ ਹਾਂ, ਇਹਦੇ ਨਾਲ ਫਿਰ ਆਪਣਾ ਜੋ ਕਰਜ਼ ਹੈ ਇਹ ਕਰਜ਼ ਲੱਥਦਾ ਹੈ। ਜਿਸ ਵਰਤਾਈ ਮਾਰੇ ਫਰਮਾਉਂਦੇ ਮਨ ਮੁਖ ਕਰਜ਼ ਚੜਿਆ ਬਿਕ ਭਾਰੀ ਉਤਰੇ ਸ਼ਬਦ ਵਿਚਾਰੀ, ਕਿ ਜਦੋਂ ਅਸੀਂ ਇਹ ਸ਼ਬਦ ਦੀ ਵਿਚਾਰ ਕਰਾਂਗੇ ਸੁਣਾਂਗੇ ਫਿਰ ਇਹ ਆਪਣਾ ਕਰਜ਼ ਲੱਥੇਗਾ ਉਤਰੇਗਾ, ਤੇ ਜਿਉਂ-ਜਿਉਂ ਆਪਣਾ ਇਹ ਕਰਜ਼ ਉਤਰੇਗਾ ਲੱਥੇਗਾ ਤੇ ਉਹਦੇ ਆਪਾਂ ਸੁਖੀ ਹੁੰਦੇ ਜਾਵਾਂਗੇ। ਅਸੀਂ ਚਿੰਤਾ ਫਿਕਰਾਂ ਤੋਂ ਰਹਿਤ ਹੋ ਜਾਣਗੇ। ਸਾਡੇ ਸਿਰ ਦੇ ਉੱਤੇ ਜਿਹੜਾ ਬੋਝ ਪਿਆ ਵਿਚਾਰਾਂ ਦਾ ਪੁਰਨਿਆਂ ਦਾ, ਇਹ ਸਾਡਾ ਲੱਥ ਜੇਗਾ। ਇਸ ਲਈ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਗੁਰੂ ਦੀ ਸ਼ਰਨ 'ਚ ਜਾਂਦੇ ਹਾਂ, ਫਿਰ ਆਪਾਂ ਨੂੰ ਇਸ ਧਨ ਦੇ ਬਦਲੇ ਜਦੋਂ ਆਪਾਂ ਇਸ ਵਾਸਾਂ ਦਾ ਧਨ ਜਮ੍ਹਾਂ ਕਰਾਉਂਦੇ ਹਾਂ, ਇਹਦੇ ਬਦਲੇ ਫਿਰ ਆਪਾਂ ਨੂੰ ਨਾਮ ਰਤਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਉਹ ਨਾਮ ਰਤਨ ਦੀ ਜਦੋਂ ਸਾਨੂੰ ਪ੍ਰਾਪਤੀ ਹੋ ਜਾਂਦੀ, ਸਾਡੇ ਹਿਰਦੇ 'ਚ ਨਾਮ ਵਸ ਗਿਆ, ਸਮਝ ਲਓ ਸਾਡਾ ਜਿੰਨਾ ਕਰਜ਼ ਸੀ ਉਹ ਸਾਰਾ ਲੱਥ ਗਿਆ, ਸਾਡਾ ਮਾਫ ਹੋ ਗਿਆ। ਇਸ ਲਈ ਮਾਰੇ ਫਰਮਾਉਂਦੇ ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਸ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲੱਥ। ਵੀ ਗੁਰੂ ਨੇ ਕਿਰਪਾ ਕਰਕੇ ਜੋ ਨਾਮ ਦੀ ਦਾਤ ਦਿੱਤੀ ਤੇ ਉਹਦੇ ਨਾਲ ਜੋ ਸਾਡਾ ਰਿਨ ਕਰਜ਼ ਸੀ ਉਹ ਸਾਰਾ ਲੱਥ ਗਿਆ, ਉਹ ਲੈ ਗਈ। ਉਹ ਇਸ ਵਾਸਤੇ ਹੁਣ ਆਪਾਂ ਵੀ ਕੋਸ਼ਿਸ਼ ਕਰਨੀ
वाचो वध ये आपस सिमरन अभ्यास करना है। गुरबाणी गुरु नूं पढ़दे होए आपां नाल नाल गुरबाणी गुरु नूं विचारना है, ताकि साडा मन पासे ना जावे। अते वाचो वध आपां संगत करनी है, ताकि जिन्नी आपां संगत करांगे उन्ना ही साडा जिहड़ा कर्ज है कर्ज लथे। बाकी ये जो सारा भेद आपां नूं गुरबाणी गुरु द्वारा दिता महापुरखा ने, भाई सेवा सिंह जी धर्मशाला, बई जो अपने सिर के उत्ते कर्ज चढ़े वो फिर मालक गुरमुखां नूं भेज दे अपने जीवन नूं भेज देण वास्ते, भी उन्होंने जाके दसो समझाओ भी तुहाडे सिर ते बहुत कर्ज चढ़े है, तुसीं धन लई जांदे हो वापस नहीं मोड़दे। फिर वो आपां नूं गुरमुखां ने आके सारा भेद दिता भी किहड़ा साडे सिर ते कर्ज चढ़े है, असीं उस कर्ज नूं किवें लाउणा है, किवें असीं फिर जो मालक दे घर दी नौकरी है चाकरी वो कर सकदे हां। वो फिर सारा आपां गुरबाणी गुरु द्वारा गुरमुखां ने भेज दिता है। सो आपां भी ये सारा भेद लैके आपां भी इस मार्ग ते चल के अपने जीवन का जो लाहा है ये आपां लाहा प्राप्त कर सकते हैं। सो इन्नियां बेनतियां इन्ने विचार करदे होए जे कोई ऐसा शब्द बोलिया गया होवे संगत अते सतगुरु बख्शण जोग ने बख्श लेना जी। वाहिगुरु जी का खालसा वाहिगुरु जी की फतेह। वाहिगुरु वाहिगुरु। गुरु वाहिगुरु